ਬਈ ਕਿਵੇਂ ਦੇਖਦੇ ਹੋ 2022 ਦੀਆਂ ਚੋਣਾਂ ਆ ਰਹੀਆਂ, ਕਿਸਾਨੀ ਅੰਦੋਲਨ ਦਾ ਕੀ ਪ੍ਰਭਾਵ ਪਿਆ ਤੇ ਕੀ ਆਉਣ ਵਾਲੇ ਸਮੇਂ 'ਚ ਪਵੇਗਾ? ਇਹ ਖੇਤੀ ਕਾਨੂੰਨਾਂ ਨੂੰ ਜਿਹੜਾ ਰੱਦ ਕਰਾਉਣਾ ਸਾਡੀ ਜਿਹੜੀ ਆ ਪਹਿਲੀ ਪ੍ਰਾਥਮਿਕਤਾ। ਇਸ ਤੋਂ ਪਹਿਲਾਂ ਜੇ ਕੋਈ ਚੋਣਾਂ ਦੀ ਗੱਲ ਕਰੂਗਾ ਤਾਂ ਇਹਦਾ ਮਤਲਬ ਆ ਕਿ ਉਹਦੇ ਦਿਮਾਗ 'ਚ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਥਾਂ ਤੇ ਕੋਈ ਦੂਜੀ ਗੱਲ ਚੱਲ ਰਹੀ ਆ। ਨਵਜੋਤ ਸਿੰਘ ਸਿੱਧੂ ਨੇ ਜਦੋਂ ਉਹਨਾਂ ਨੇ ਗੱਦੀ ਸੰਭਾਲੀ ਹੈ ਪ੍ਰਧਾਨ ਦੀ, ਉਹਦੇ ਉਹਨਾਂ ਨੇ ਪਿਆਸਾ ਤੇ ਖੂਹ ਵਾਲੀ ਗੱਲ ਕੀਤੀ, ਤੁਸੀਂ ਵੀ ਉਸ 'ਤੇ ਬੋਲੇ ਸੀ। ਤਾਂ ਜਦੋਂ ਇਹ ਸੱਤਾ 'ਚ ਰਹੇ ਹੈਗੇ, ਜਦੋਂ ਉਹਨਾਂ ਕੋਲ ਪਾਵਰ ਰਹੀ ਆ, ਉਦੋਂ ਵੀ ਕੁਛ ਨਹੀਂ ਕਰ ਸਕੇਗੇ। ਸਿਰਫ ਉਹ ਖਿਡਾਰੀ ਬਹੁਤ ਵਧੀਆ ਰਹੇ ਹੈਗੇ ਆ, ਕਮੇਡੀਅਨ ਵੀ ਬਹੁਤ ਵਧੀਆ। ਉਹ ਸਿਰਫ ਦੁਬਾਰਾ 'ਚ ਸੱਤਾ 'ਚ ਆਉਣ ਵਾਸਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਕਰ ਰਹੇ ਆ ਕਿ ਲੋਕਾਂ 'ਚ ਅਸੀਂ ਚੰਗੇ ਬਣ ਕੇ ਦਿਖਾ ਸਕੀਏ। ਕੋਈ ਵੀ ਮਾਂ ਦੇ ਪੇਟ 'ਚੋਂ ਜਮਾਂਦਰੂ ਨਾ ਚੰਡਾਲਪਨ ਪੈਦਾ ਹੁੰਦਾ, ਨਾ ਗੈਂਗਸਟਰ ਪੈਦਾ ਹੁੰਦਾ, ਨਾ ਖਿਡਾਰੀ ਪੈਦਾ ਹੁੰਦਾ। ਉਹ ਸਮਾਜਿਕ ਜਿਹੜੇ ਹਾਲਾਤ ਨੇ ਉਹ ਬਣਾਉਂਦੇ ਨੇ। ਜਿਹੜੇ ਗੈਂਗਸਟਰ ਨੇ ਉਹਨਾਂ 'ਚ ਕਈ ਬਹੁਤ ਚੰਗੇ ਪੜ੍ਹੇ ਲਿਖੇ ਮੁੰਡੇ ਆ, ਬਹੁਤ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਸੀ। ਕਈਆਂ ਨੂੰ ਸਿਆਸੀ ਪਾਰਟੀਆਂ ਨੇ ਵਰਤਿਆ ਔਰ ਵਰਤ ਕੇ ਬਾਅਦ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਜਾਨਾਂ ਵੀ ਜਿਹੜੀਆਂ ਨੇ ਉਹ ਲਈਆਂ ਨੇ। ਲੋਕਾਂ ਦੇ ਅਸਲ ਮੁੱਦੇ ਕੁਝ ਹੋਰ ਹੈ, ਇਹ ਕਿਸੇ ਹੋਰ ਪਾਸੇ ਉਲਝਾ ਕੇ ਕੀ ਜਿਹੜਾ ਲੋਕਾਂ ਦੇ ਜਿਹੜੇ ਅਸਲ ਮੁੱਦੇ ਉਹਨਾਂ ਨੂੰ ਪਾਸੇ ਰੱਖਣਾ ਚਾਹੁੰਦੇ। ਜੇ ਲੋਕਾਂ ਕੋਲ ਚੰਗੀ ਇਨਕਮ ਹੋਊਗੀ, ਉਹ ਬਿਜਲੀ ਦਾ ਬਿੱਲ ਵੀ ਭਰ ਲੈਣਗੇ, ਉਹ ਆਟਾ ਦਾਲ ਵੀ ਖਰੀਦ ਲੈਣਗੇ। ਚਾਹੀਦਾ ਤਾਂ ਇਹ ਆ ਕਿ ਤੁਸੀਂ ਲੋਕਾਂ ਨੂੰ ਰੁਜ਼ਗਾਰ ਦਿਓ। ਇਹ ਮਤਲਬ ਕਿ ਜਿਹੜੀ ਡਾਕਟਰ ਨੂੰ ਦੂਜਾ ਰੱਬ ਦਾ ਰੂਪ ਮੰਨਿਆ ਜਾਂਦਾ ਸੀਗਾ, ਪਰ ਕਾਰਪੋਰੇਟ ਨੇ ਜਿਹੜਾ ਮੁਨਾਫਾ ਆਧਾਰਿਤ ਬਣਾਤਾ। ਫਿਰ ਸਿੱਖਿਆ ਕਿਹਾ ਗਿਆ ਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਕਿ ਜੇ ਵਿਦਿਆ ਤੇ ਵਿਚਾਰ ਕਰੋਗੇ ਤਾਂ ਪਰਉਪਕਾਰ ਕਰੂਗੀ ਤੁਹਾਡੇ ਤੇ, ਠੀਕ ਆ। ਪਰ ਇਹਨਾਂ ਨੇ ਤਾਂ ਵਿਦਿਆ ਨੂੰ ਵਪਾਰ ਬਣਾ ਕੇ ਰੱਖਤਾ। ਤਾਂ ਇਸ ਅੰਦੋਲਨ ਨੇ ਜਦੋਂ ਤੱਕ ਸਿਰੇ ਲੱਗਣਾ, ਇਹਨੇ ਬਹੁਤ ਨਤਾਰੇ ਜਿਹੜੇ ਹੈਗੇ ਆ ਉਹ ਕਰ ਦੇਣੇ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਆਵਾਜ਼ ਟੀਵੀ ਤੇ ਮੈਂ ਮਨਿੰਦਰਜੀਤ ਸਿੱਧੂ। ਦੋਸਤੋ, ਇੱਕ ਪਾਸੇ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ 2022 ਦੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ। ਸਾਰੀਆਂ ਪਾਰਟੀਆਂ ਨੇ ਕਮਰ ਕੱਸ ਲਏ ਹੈ, ਸਾਰੀਆਂ ਮੈਦਾਨ ਦੇ ਵਿੱਚ ਉਤਰ ਚੁੱਕੀਆਂ। ਦੇਖਦੇ ਹਾਂ ਕਿ 2022 ਦੀ ਚੋਣ ਕੌਣ ਜਿੱਤੇਗਾ, ਕੌਣ ਪੰਜਾਬ ਨੂੰ ਸੰਭਾਲੇਗਾ, ਕੀ ਕਿਸਾਨੀ ਅੰਦੋਲਨ ਦਾ ਪ੍ਰਭਾਵ ਰਹੇਗਾ ਪੰਜਾਬ ਦੀ 2022 ਦੀ ਰਾਜਨੀਤੀ ਤੇ। ਸਭ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਰਜਿੰਦਰਦੀਪ ਸਿੰਘ ਵਾਲਾ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ ਬਾਈ ਜੀ। ਸ਼ੁਕਰੀਆ ਬਾਈ ਜੀ। ਬਾਈ ਕਿਵੇਂ ਦੇਖਦੇ ਹੋ 2022 ਦੀਆਂ ਚੋਣਾਂ ਆ ਰਹੀਆਂ, ਕਿਸਾਨੀ ਅੰਦੋਲਨ ਦਾ ਕੀ ਪ੍ਰਭਾਵ ਪਿਆ ਤੇ ਕੀ ਆਉਣ ਵਾਲੇ ਸਮੇਂ 'ਚ ਪਵੇਗਾ ਇਸ 'ਤੇ? ਦੇਖੋ, ਚੋਣਾਂ ਸਭ ਕੁਝ ਨਹੀਂ ਹੈ। ਹਾਂਜੀ। ਸਾਡੇ ਵਾਸਤੇ ਜਿਹੜਾ ਇਹ ਅੰਦੋਲਨ ਆ, ਇਹ ਅੰਦੋਲਨ ਹੀ ਸਾਡੇ ਵਾਸਤੇ ਸਭ ਕੁਝ ਆ। ਠੀਕ ਹੈ ਜੀ। ਕਿਉਂਕਿ ਇਸ ਅੰਦੋਲਨ ਨੇ ਇਸ ਮੁਲਕ ਦੇ ਵਿੱਚ ਭਾਵੇਂ ਉਹ ਕੇਂਦਰ 'ਚ ਜਿੰਨੀਆਂ ਰਾਜ ਕਰਨ ਵਾਲੀਆਂ ਪਾਰਟੀਆਂ ਸੀ, ਸੂਬਿਆਂ 'ਚ ਰਾਜ ਕਰਨ ਵਾਲੀਆਂ ਪਾਰਟੀਆਂ ਸੀ, ਜਿੰਦੇ ਤਹਿਤ ਉਹ ਸਾਡਾ ਜਾਲ ਜੰਗਲ ਜ਼ਮੀਨ, ਸਾਡੇ ਸਰਕਾਰੀ ਅਦਾਰੇ, ਸਾਡੀ ਸਿਹਤ, ਸਿੱਖਿਆ, ਬਿਜਲੀ, ਪਾਣੀ, ਸਭ ਕੁਝ ਜਿਹੜਾ ਕੰਪਨੀਆਂ ਨੂੰ ਦੇ ਰਹੇ ਸੀਗੇ, ਉਸ ਕਾਰਪੋਰੇਟ ਦੇ ਖਿਲਾਫ ਇਹ ਚੁਣੌਤੀ ਬਣ ਕੇ ਉੱਭਰਿਆ। ਇਸ ਕਰਕੇ ਸਾਡੇ ਵਾਸਤੇ ਅੰਦੋਲਨ ਸਭ ਕੁਝ ਆ। ਔਰ ਮੌਜੂਦਾ ਸਮੇਂ ਇਹ ਖੇਤੀ ਕਾਨੂੰਨਾਂ ਨੂੰ ਜਿਹੜਾ ਰੱਦ ਕਰਾਉਣਾ ਸਾਡੀ ਜਿਹੜੀ ਆ ਪਹਿਲੀ ਪ੍ਰਾਥਮਿਕਤਾ। ਇਸ ਤੋਂ ਪਹਿਲਾਂ ਜੇ ਕੋਈ ਚੋਣਾਂ ਦੀ ਗੱਲ ਕਰੂਗਾ ਤਾਂ ਇਹਦਾ ਮਤਲਬ ਆ ਕਿ ਉਹਦੇ ਦਿਮਾਗ 'ਚ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਥਾਂ ਤੇ ਕੋਈ ਦੂਜੀ ਗੱਲ ਚੱਲ ਰਹੀ ਆ। ਦੂਜੀ ਗੱਲ ਚੱਲਣ ਦਾ ਮਤਲਬ ਕਿ ਉਹ ਆਪਣੇ ਮੁੱਖ ਨਿਸ਼ਾਨੇ ਤੋਂ ਭਟਕ ਰਿਹਾ ਹੈਗਾ। ਇਸ ਕਰਕੇ ਅਸੀਂ ਚੋਣਾਂ ਬਾਰੇ ਉਹਨਾਂ ਸਮਾਂ ਸੋਚੀਏ, ਉਹਦੇ ਬਾਰੇ ਗੱਲ ਕਰੀਏ, ਇਹ ਜਿਹੜੀ ਹੈਗੀ ਕਿਸੇ ਵੀ ਤਰੀਕੇ ਨਾਲ ਉਹ ਵਾਜਬ ਨਹੀਂ ਹੋਊਗੀ। ਗੁਰਨਾਮ ਸਿੰਘ ਜੜੋਨੀ ਪਹਿਲਾਂ ਐਲਾਨ ਕਰਦੇ ਆ ਕਿ ਪਾਰਟੀ ਬਣੂਗੀ, ਚੋਣਾਂ ਲੜਨੀਆਂ ਪੰਜਾਬ ਦੇ ਵਿੱਚ, ਵਪਾਰੀਆਂ ਨੂੰ ਵੀ ਨਾਲ ਲੈਂਦੇ, ਫਿਰ ਇੱਕੋ ਦਮ ਫੈਸਲਾ ਬਦਲ ਲੈਂਦੇ ਆ। ਸੰਯੁਕਤ ਮੋਰਚੇ ਦੇ ਪੇਜ ਤੋਂ ਕਹਿੰਦੇ ਕਿ ਮੈਂ ਲੈ ਲੂੰ। ਇਹਨਾਂ ਦੇ ਇਹ ਫੈਸਲੇ ਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਪਹਿਲੀ ਵਾਰੀ ਜਿਸ ਦਿਨ ਸਸਪੈਂਡ ਹੋਈ ਮੀਟਿੰਗ 'ਚ ਕਾਫੀ ਬਹਿਸ ਹੋਈ। ਅਸੀਂ ਉਹਨਾਂ ਨੂੰ ਪਹਿਲਾਂ ਵੀ ਰਿਕੁਐਸਟ ਕਰਦੇ ਰਹੇ ਵੀ ਤੁਸੀਂ ਇਹ ਚੱਕਰ 'ਚ ਨਾ ਪਾਓ, ਪਹਿਲਾਂ ਆਪਾਂ ਮੋਰਚਾ ਜਿੱਤ ਲਈਏ। ਜਦੋਂ ਉਹ ਨਹੀਂ ਮੰਨੇ, ਸਸਪੈਂਡ ਕੀਤੇ ਗਏ, ਤਾਂ ਉਹਨਾਂ ਨੇ ਇਹ ਕਿਹਾ ਸੀਗਾ ਕਿ ਮੈਨੂੰ ਤੁਸੀਂ ਦੁਬਾਰਾ ਸਸਪੈਂਡ ਕਰਨ ਦੀ ਤਿਆਰੀ ਰੱਖੋ, ਮੈਂ ਇਹੀ ਕੁਝ ਕਰਨਾ। ਪਰ ਕੱਲ ਮੈਂ ਉਹਨਾਂ ਦਾ ਬਿਆਨ ਸੁਣਿਆ ਕਿ ਉਹ ਆਪਣੇ ਬਿਆਨ ਤੋਂ ਪਲਟ ਗਏ ਆ। ਚਲੋ, ਇਹ ਚੰਗੀ ਗੱਲ ਆ ਜੇ ਉਹ ਮੋਰਚੇ ਦੇ ਨਾਲ ਉਸੇ ਤਰੀਕੇ ਨਾਲ ਰਹਿਣ, ਚੋਣਾਂ ਵਾਲੀ ਗੱਲ ਨੂੰ ਸਾਈਡ ਤੇ ਰੱਖ ਕੇ, ਤਾਂ ਇਹ ਮੋਰਚੇ ਵਾਸਤੇ ਇਹਨੂੰ ਚੰਗਾ ਹੀ ਕਹੂੰਗਾ ਮੈਂ। ਰਾਕੇਸ਼ ਟਕੈਤ ਯੂਪੀ ਦੇ ਵਿੱਚ ਲਗਾਤਾਰ ਅੰਦੋਲਨ ਕਰ ਰਹੇ ਆ, ਲਗਾਤਾਰ ਪ੍ਰਚਾਰ ਕਰ ਰਹੇ ਆ ਬੀਜੇਪੀ ਦੇ ਖਿਲਾਫ। ਕੀ ਦੇਖਦੇ ਹੋ ਉਹਨਾਂ ਦਾ ਪ੍ਰਚਾਰ? ਕਿਤੇ ਉਹਨਾਂ ਦੀਆਂ ਚੋਣਾਂ ਦੀਆਂ ਤਿਆਰੀਆਂ ਤਾਂ ਨਹੀਂ ਇਸ ਤਰੀਕੇ ਦੇ ਵਿੱਚ?
ਨਹੀਂ ਇਕੱਲੇ ਰਕੇਸ਼ ਟਕੈਤ ਨਹੀਂ, ਉੱਥੇ ਬਹੁਤ ਸਾਰੇ ਸੰਗਠਨ ਨੇ ਉਹ ਉੱਥੇ ਲੱਗੇ ਹੋਏ ਨੇ। ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਤੈਅ ਹੋਇਆ ਕਿ 5 ਸਤੰਬਰ ਨੂੰ ਮੁਜ਼ੱਫਰਨਗਰ 'ਚ ਪਹਿਲੀ ਰੈਲੀ ਕੀਤੀ ਜਾਊਗੀ ਔਰ ਉਸ ਤੋਂ ਬਾਅਦ ਅਕਤੂਬਰ ਨਵੰਬਰ ਦੇ ਵਿੱਚ ਜਿਹੜੀਆਂ ਨੇ 18 ਵੱਡੀਆਂ ਰੈਲੀਆਂ ਜਿਹੜੀਆਂ ਨੇ ਯੂਪੀ ਤੇ ਉੱਤਰਾਖੰਡ ਦੇ ਵਿੱਚ ਜਿਹੜੀਆਂ ਨੇ ਉਹ ਕੀਤੀਆਂ ਜਾਣਗੀਆਂ। ਉਸ ਤੋਂ ਬਾਅਦ ਜਿਹੜੀ ਅਗਲੀ ਚੀਜ਼ ਹੈਗੀ ਉਹ ਤੈਅ ਕੀਤੀ ਜਾਊਗੀ ਔਰ ਉਹਦਾ ਮੁੱਖ ਉਦੇਸ਼ ਜਿਹੜਾ ਇੱਕ ਸਮਝ ਲਿਆ ਜਾਂਦਾ ਕਿ ਉਹ ਕੱਲਾ ਬੀਜੇਪੀ ਨੂੰ ਹਰਾਉਣ ਦਾ ਪ੍ਰਚਾਰ ਨਹੀਂ ਕਰ ਰਹੇਗੇ, ਕਿਸਾਨ ਅੰਦੋਲਨ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਇਹਨਾਂ ਖੇਤੀ ਕਾਨੂੰਨਾਂ ਬਾਰੇ ਯੂਪੀ ਤੇ ਉੱਤਰਾਖੰਡ ਦੇ ਜਿਹੜੇ ਹਿੱਸਿਆਂ 'ਚ ਮੂਵਮੈਂਟ ਹਜੇ ਨਹੀਂ ਬਣੇਗੀ ਉਹਨਾਂ ਨੂੰ ਦੱਸਿਆ ਜਾਵੇ ਔਰ ਦੱਸਿਆ ਜਾਵੇ ਵੀ ਕਿੱਦਾਂ ਖੇਤੀ ਕਾਨੂੰਨ ਸਾਨੂੰ ਜਿਹੜਾ ਹੈਗਾ ਲੋਕਾਂ ਤੋਂ ਰੋਜੀ ਰੋਟੀ ਹੋਣਗੇ, ਕਿੱਦਾਂ ਸਾਨੂੰ ਜਿਹੜੇ ਬਰਬਾਦ ਕਰਨਗੇ। ਤੇ ਜੇ ਬੀਜੇਪੀ ਨਹੀਂ ਮਸਲਾ ਹੱਲ ਕਰਦੀ ਫਿਰ ਚੋਣਾਂ ਦੇ ਨੇੜੇ ਜਾ ਕੇ ਬੀਜੇਪੀ ਨੂੰ ਹਰਾਉਣ ਦੀ ਜਿਹੜੀ ਗੱਲ ਵੀ ਹੈਗੀ ਆ ਉਹ ਵੀ ਲੋਕਾਂ ਨੂੰ ਜਿਹੜੀ ਆ ਕਹੀ ਜਾਊਗੀ। ਪਹਿਲੇ ਨੰਬਰ ਤੇ ਜਿਹੜੀ ਗੱਲ ਹੈਗੀ ਆ ਉਹ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਨੂੰ ਦੇਸ਼ 'ਚ ਫੈਲਾਉਣਾ ਹੀ ਆ। ਨਵਜੋਤ ਸਿੰਘ ਸਿੱਧੂ ਨੇ ਜਦੋਂ ਆਪਣੀ ਕਸਮ ਖਾਧੀ ਹੈ ਜਾਂ ਸਿੱਖਿਆ ਲਈ ਜਦੋਂ ਉਹਨਾਂ ਨੇ ਗੱਦੀ ਸੰਭਾਲੀ ਹੈ ਪ੍ਰਧਾਨ ਦੀ, ਉਹਦੇ ਉਹਨਾਂ ਨੇ ਪਿਆਸਾ ਤੇ ਖੂਹ ਵਾਲੀ ਗੱਲ ਕੀਤੀ, ਤੁਸੀਂ ਵੀ ਉਸ 'ਤੇ ਬੋਲੇ ਸੀ। ਉਹਨਾਂ ਨੇ ਕਿਹਾ ਕਿ ਖੂਹ ਪਿਆਸੇ ਕੋਲ ਨਹੀਂ ਆਉਂਦਾ ਹੁੰਦਾ, ਪਿਆਸਾ ਖੂਹ ਕੋਲ ਜਾਂਦਾ ਹੁੰਦਾ, ਹੁਣ ਮੈਂ ਜਾਊਂਗਾ। ਇਹ ਇਹਨਾਂ ਦੀ ਗੱਲ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਇਹ ਤਾਂ ਹੁਣ ਉਹ ਜਦੋਂ ਬੰਦੇ ਦੇ ਹੰਕਾਰ ਚੜ੍ਹਦਾ ਸਿਰ ਨੂੰ ਇਸ ਤਰ੍ਹਾਂ ਦੀ ਗੱਲ ਬੋਲਦਾ, ਉਸ ਤੋਂ ਬਾਅਦ ਉਹ ਕਹਿੰਦੇ ਮੈਂ ਜਾਊਂਗਾ। ਹੋ ਸਕਦਾ ਬਾਅਦ 'ਚ ਮਤਲਬ ਖੂਹ ਨੂੰ ਪੈਰ ਲੱਗ ਗਏ ਹੋਣ ਜਾਂ ਖੂਹ ਨੂੰ ਟਾਇਰ ਲੱਗ ਗਏ ਹੋਣ, ਪਰ ਇਹ ਅੰਦੋਲਨ ਕਿਸੇ ਦੀ ਇਸ ਤਰ੍ਹਾਂ ਦੇ ਸਿਆਸੀ ਬੰਦੇ ਦੀ ਹਮਾਇਤ ਦਾ ਮੁਹਤਾਜ ਨਹੀਂ ਗਾ। ਇਹ ਅੰਦੋਲਨ ਇੰਨਾ ਗਹਿਰਾ ਹੋ ਚੁੱਕਾ, ਇਹ ਲੋਕ, ਇਹ ਸਿਆਸੀ ਲੋਕ ਜਿਹੜੇ ਇਹ ਲੋਕਾਂ ਦੇ ਵਾਸਤੇ ਦੇ ਮੁਹਤਾਜ ਨੇ। ਕੋਈ ਜੇ ਲੋਕ ਇਹਨਾਂ ਨੂੰ ਵੋਟਾਂ ਪਾਉਣਗੇ ਤਾਂ ਬਣਨਗੇ, ਅਦਰਵਾਈਜ਼ ਇਹਨਾਂ ਦਾ ਕੁਝ ਵੀ ਜਿਹੜਾ ਉਹ ਵਟਿਆ ਨਹੀਂ ਜਾਊਗਾ। ਹੁਣ ਵੀ ਪਰਸੋਂ ਦੇ ਸਿੱਧੂ ਸਾਹਿਬ ਟਵੀਟ ਕਰ ਰਹੇ ਨੇ ਕਿ ਵੀ ਨਸ਼ੇ ਵਾਲੇ ਤੇ BSTF ਨੇ ਕੀ ਕੀਤਾ, ਨਸ਼ੇ ਵਾਲੇ ਮਾਮਲੇ 'ਤੇ ਕੀ ਕੀਤਾ। ਬਈ ਤੁਸੀਂ ਕਿਸ ਨੂੰ ਪੁੱਛ ਰਹੇ ਹੋ? ਤੁਹਾਡੀ ਸਰਕਾਰ ਆ, ਤੁਹਾਡੀ ਪਾਰਟੀ ਆ ਔਰ ਕੇਂਦਰ 'ਚ ਤੁਸੀਂ ਕੈਪਟਨ ਅਮਰਿੰਦਰ ਦੀ ਬਾਂਹ ਨੂੰ ਮੋੜਾ ਦਵਾ ਕੇ, ਬਾਂਹ ਮਰੋੜ ਕੇ ਆਪਣੀ ਹਾਈ ਕਮਾਂਡ ਤੋਂ ਜੇ ਪ੍ਰਧਾਨ ਬਣ ਸਕਦੇ ਹੈਗੇ ਹੋ ਤੇ ਉਹਦੇ ਵਾਸਤੇ ਟਵੀਟ ਕਰਨ ਦੀ ਕੀ ਜ਼ਰੂਰਤ ਹੈਗੀ ਆ। ਅਸਲ ਦੇ ਵਿੱਚ ਸਿੱਧੂ ਸਾਹਿਬ ਦਾ ਪੁਰਾਣਾ ਸਟਾਈਲ ਰਿਹਾ ਕਿ ਜਿਹੜੀ ਪਾਰਟੀ 'ਚ ਰਹਿੰਦੇ ਆ ਉਹਨੂੰ ਭੰਡਦੇ ਆ ਤੇ ਲੋਕਾਂ 'ਚ ਇਹ ਇੰਪ੍ਰੈਸ਼ਨ ਜਾਵੇ ਵੀ ਦੇਖੋ ਯਾਰ ਇਹ ਆਪਦੀ ਪਾਰਟੀ ਨੂੰ ਭੰਡੀ ਜਾਂਦਾ, ਬੰਦਾ ਬਹੁਤ ਚੰਗਾ ਹੈਗਾ। ਇਹ ਤਰੀਕਾ ਉਹਨਾਂ ਦਾ ਸਿਆਸਤ ਕਰਨ ਦਾ। ਇਹਦੇ ਨਾਲ ਜਿਹੜੇ ਲੋਕਾਂ ਦੇ ਮੁੱਦੇ ਆ ਜ਼ਿੰਦਗੀ ਦੇ ਉਹ ਕਿਸੇ ਵੀ ਤਰੀਕੇ ਨਾਲ ਹੱਲ ਹੋਣ ਵਾਲੇ ਜਿਹੜੇ ਨਹੀਂ ਗੇ। ਜਿਹੜੇ ਬੁਨਿਆਦੀ ਮੁੱਦੇ ਨੇ, ਮੈਂ ਅੱਜ ਅਸੀਂ ਕਹਿੰਦੇ ਹਾਂ ਕਿ ਸਿੱਧੂ ਸਾਹਿਬ ਉਹ 'ਤੇ ਡੱਕਾ ਤੋੜ ਕੇ ਦੂਰਾ ਨਹੀਂ ਕਰਨਗੇ। ਕਿਸਾਨੀ ਦਾ ਸਮੁੱਚਾ ਕਰਜ਼ਾ ਮਾਫ ਕਰਨ ਦੀ ਗੱਲ ਕਹੀ ਹੈ, ਠੀਕ ਹੈ, ਉਹਨਾਂ ਨੇ ਕੁਛ ਨਹੀਂ ਇਸ ਮਾਮਲੇ 'ਤੇ ਕਰ ਰਹੇ ਹੈਗੇ। ਜਿਹੜਾ ਸੀਗਾ ਘਰ ਘਰ ਨੌਕਰੀ ਦੇਣ ਦਾ ਮਾਮਲਾ ਸੀ, ਇਹਦੇ 'ਤੇ ਉਹ ਜਿਹੜਾ ਹੈਗਾ ਉਹ ਕੁਛ ਨਹੀਂ ਕਰ ਰਹੇ ਹੈਗੇ। ਜਿਹੜੇ ਕਿ ਮੇਨ ਮੁੱਦੇ ਹੈਗੇ ਸੀਗੇ ਸਾਡੇ, ਉਹਦੇ 'ਤੇ ਉਹਨਾਂ ਨੇ ਜਿਹੜਾ ਹੈਗਾ ਕੁਛ ਨਹੀਂ ਕਰਨਾਗਾ। ਸਿਰਫ ਉਹ ਜੋ ਤਿਆਰੀ ਕਰ ਰਹੇ ਵੀ ਕਿਸੇ ਤਰੀਕੇ ਨਾਲ ਵੀ ਮੈਨੂੰ ਅਗਲੀ ਵਾਰੀ ਜਿਹੜੀ ਆ ਸਾਡੀ ਸਰਕਾਰ ਆ ਜੇ, ਵੀ ਹੁਣ ਸਾਰਾ ਜਿਹੜਾ ਠੀਕਰਾ ਸੀਗਾ ਉਹ ਕੈਪਟਨ ਅਮਰਿੰਦਰ ਸਿੰਘ ਸਰ ਭੰਨ ਕੇ ਵੀ ਜਿਹੜਾ ਹੈਗਾ ਵੀ ਅਸੀਂ ਤਾਂ ਪਾਕ ਸਾਫ ਸੀਗੇ, ਸਾਨੂੰ ਦੁਬਾਰਾ ਜਿਹੜਾ ਸੱਤਾ 'ਚ ਲਿਆਓ। ਜਦ ਕਿ ਉਹੀ MLA ਆ ਖੁਦ ਅੱਜ ਬਿਜਲੀ ਸਮਝੌਤਿਆਂ ਦੀ ਜੀ ਗੱਲ ਕਰੀਏ ਤੇ ਇਹਨਾਂ ਨੂੰ ਬਿਜਲੀ ਮੰਤਰਾਲਾ ਮਿਲਦਾ ਸੀਗਾ, ਬਿਜਲੀ ਮੰਤਰਾਲਾ ਲੈ ਲੈਂਦੇ। ਲੋਕਲ ਬਾਡੀਜ਼ ਦੇ ਇਹ ਮੰਤਰੀ ਰਹੇ ਹੈਗੇ ਆ, ਇਹ ਕੇਵਲ ਮਾਫੀ ਨੂੰ ਤਾਂ ਬੰਦ ਕਰ ਹੀ ਸਕਦੀ ਸੀ, ਉਦੋਂ ਇਹਨਾਂ ਨੇ ਨਹੀਂ ਕੀਤਾ ਹੈਗਾ ਗਾ। ਤਾਂ ਜਦੋਂ ਇਹ ਸੱਤਾ 'ਚ ਰਹੇ ਹੈਗੇ, ਜਦੋਂ ਇਹਨਾਂ ਕੋਲ ਪਾਵਰ ਰਹੀ ਆ, ਉਦੋਂ ਵੀ ਕੁਛ ਨਹੀਂ ਕਰ ਸਕੇਗੇ। ਸਿਰਫ ਉਹ ਖਿਡਾਰੀ ਬਹੁਤ ਵਧੀਆ ਰਹੇ ਹੈਗੇ ਆ, ਕਮੇਡੀਅਨ ਵੀ ਬਹੁਤ ਵਧੀਆ, ਪਰ ਲੋਕਾਂ ਨੂੰ ਅੱਜ ਕਿਸੇ ਚੰਗੇ ਖਿਡਾਰੀ ਜਾਂ ਚੰਗੇ ਕਮੇਡੀਅਨ ਦੀ ਜਿਹੜੀ ਹੈਗੀ ਆ ਉਹਨੂੰ ਰਾਜਨੇਤਾ ਦੇ ਰੂਪ 'ਚ ਉਹ ਪੇਸ਼ ਹੋ ਰਹੇ ਆ। ਕਮੇਡੀਅਨ ਸੀ ਪਹਿਲਾਂ, ਖਿਡਾਰੀ ਸੀਗੇ, ਪਰ ਰਾਜਨੇਤਾ ਦੇ ਰੂਪ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਆ ਉਹ ਢੰਗ ਆ ਕੰਮ ਦਾ, ਜਾਂ ਜੋ ਕੁਛ ਕਹਿ ਰਹੇ ਹੈਗੇ ਆ, ਜਾਂ ਜੋ ਉਹਨਾਂ ਦੀ ਸਰਕਾਰ ਨੇ ਵਾਅਦੇ ਕੀਤੇ ਆ, ਉਹ ਕਿਸੇ ਵੀ ਤਰੀਕੇ ਨਾਲ ਪੂਰੇ ਹੁੰਦੇ ਜਿਹੜੇ ਹੈਗੇ ਆ ਉਹ ਨਜ਼ਰ ਜਿਹੜੇ ਆ ਨਹੀਂ ਆਉਂਦੇਗੇ। ਉਹ ਸਿਰਫ ਦੁਬਾਰਾ 'ਚ ਸੱਤਾ 'ਚ ਆਉਣ ਵਾਸਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਕਰ ਰਹੇ ਆ ਕਿ ਲੋਕਾਂ 'ਚ ਅਸੀਂ ਚੰਗੇ ਬਣ ਕੇ ਦਿਖਾ ਸਕੀਏ। ਇੱਕ ਸਵਾਲ ਕਿਸਾਨੀ ਤੋਂ ਹਟ ਕੇ ਪਰ ਜਵਾਨੀ ਨਾਲ ਸੰਬੰਧਿਤ ਹੈ। ਪੰਜਾਬ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਹਰ ਰੋਜ਼ ਹਰ ਤੀਜੇ ਦਿਨ ਕੋਈ ਨਾ ਕੋਈ ਗੈਂਗਵਾਰ ਹੁੰਦਾ। ਇੱਕ ਗੈਂਗ ਸੋਸ਼ਲ ਮੀਡੀਆ ਤੇ ਵੀ ਇੱਕ ਦੂਜੇ ਨੂੰ ਧਮਕੀਆਂ ਦੇ ਰਿਹਾ। ਸਰਕਾਰ ਦਾ ਇਸ ਤੇ ਫਿਰ ਕੀ ਰਵੱਈਆ ਹੈ? ਕਿਉਂਕਿ ਨੌਜਵਾਨ ਜਵਾਨੀ ਹੈ ਜਿਹੜੀ ਉਹ ਲਗਾਤਾਰ ਜਾਂ ਤਾਂ ਐਨਕਾਊਂਟਰ ਕਰਕੇ ਖਤਮ ਹੋ ਰਹੀ ਜਾਂ ਉਹ ਆਪਸ ਵਿੱਚ ਲੜ ਕੇ ਖਤਮ ਹੋ ਰਹੀ ਹੈ। ਨਹੀਂ ਦੇਖੋ, ਜਿਹੜੇ ਗੈਂਗਸਟਰ ਨੇ ਜਾਂ ਗੈਂਗਵਾਰ ਦੀ ਆਪਾਂ ਗੱਲ ਕਰੀਏ, ਕੋਈ ਵੀ ਮਾਂ ਦੇ ਪੇਟ 'ਚੋਂ ਜਮਾਂਦਰੂ ਨਾ ਚੰਡਾਲਪਨ ਪੈਦਾ ਹੁੰਦਾ, ਨਾ ਗੈਂਗਸਟਰ ਪੈਦਾ ਹੁੰਦਾ, ਨਾ ਖਿਡਾਰੀ ਪੈਦਾ ਹੁੰਦਾ। ਉਹ ਸਮਾਜਿਕ ਜਿਹੜੇ ਹਾਲਾਤ ਨੇ ਉਹ ਬਣਾਉਂਦੇ ਨੇ। ਜਿਹੜੇ ਗੈਂਗਸਟਰ ਨੇ ਉਹਨਾਂ 'ਚ ਕਈ ਬਹੁਤ ਚੰਗੇ ਪੜ੍ਹੇ ਲਿਖੇ ਮੁੰਡੇ ਆ, ਬਹੁਤ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਸੀ। ਕਈਆਂ ਨੂੰ ਸਿਆਸੀ ਪਾਰਟੀਆਂ ਨੇ ਵਰਤਿਆ ਔਰ ਵਰਤ ਕੇ ਬਾਅਦ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਜਾਨਾਂ ਵੀ ਜਿਹੜੀਆਂ ਨੇ ਉਹ ਲਈਆਂ ਨੇ। ਤਾਂ ਉਹ ਇੱਕ ਜਿਹੜਾ ਯੂਥ ਦੇ ਵਿੱਚ ਇਹ ਹੁੰਦਾ ਕਿ ਇੱਕ ਆਇਡੈਂਟੀਟੀ ਕ੍ਰਾਈਸਿਸ ਹੁੰਦਾ। ਬੰਦੇ ਨੂੰ ਇਹ ਹੁੰਦਾ ਕਿ ਉਹਨੂੰ ਜਾਣੇ ਕੋਈ।
ਆਪਣੀ ਜਾਣ ਪਛਾਣ ਬਣਾਉਣ ਲਈ ਉਹ ਬਹੁਤ ਕੁਝ ਜਿਹੜੇ ਹੈਗੇ ਕਰਦੇ ਆ। ਤੋਂ ਉਸ ਤਰ੍ਹਾਂ ਦੇ ਵੀਰਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਉਹਨਾਂ ਨੂੰ ਸਮਾਜ ਦੇ ਸਾਂਝੇ ਹਿੱਤ ਵਾਸਤੇ ਜਿਹੜਾ ਹੈਗਾ ਉਹ ਕਰਨਾ ਚਾਹੀਦਾ। ਔਰ ਜਿਹੜੀਆਂ ਸਰਕਾਰਾਂ ਹਰ ਇੱਕ ਨੂੰ ਕਿਸੇ ਨੂੰ ਵੀ ਗੈਂਗਸਟਰ ਦਾ ਕੀ ਡੈਫੀਨੇਸ਼ਨ ਹੈ ਗੈਂਗਸਟਰ ਦੀ ਡੈਫੀਨੇਸ਼ਨ ਐਜ਼ ਪਰ ਲਾਅ ਕੋਈ ਪਰਿਭਾਸ਼ਾ ਨਹੀਂ ਹੈ। ਇਹ ਤਾਂ ਜਿਹਨੂੰ ਚਾਹੁੰਦੇ ਆ ਉਹਦੇ ਤੇ ਗੈਂਗਸਟਰ ਦਾ ਜਿਹੜਾ ਹੈਗਾ ਉਹ ਠੱਪਾ ਜਿਹੜਾ ਹੈਗਾ ਉਹ ਲਾ ਦਿੰਦੇ ਹੈਗੇ ਆ ਤਾਂ ਕਿ ਜਿਹੜੇ ਪਹਿਲਾਂ ਉਹਨਾਂ ਤੋਂ ਕੰਮ ਲੈਂਦੇ ਰਿਹਾ ਗੈਂਗਸਟਰ ਕਹਿ ਕੇ ਉਹਨਾਂ ਨੂੰ ਉਹਨਾਂ ਦੀ ਜਾਨ ਜਿਹੜੀ ਲਈ ਜਾ ਸਕੇ, ਉਹਨਾਂ ਨੂੰ ਖਤਮ ਕੀਤਾ ਜਾ ਸਕੇ। ਇਹਨਾਂ ਦੇ ਕੋਲ ਸਰਕਾਰ ਦੇ ਕੋਲ ਕੀ ਪਾਲਿਸੀ ਹੈਗੀ ਆ? ਕੋਈ ਪਾਲਿਸੀ ਬਣਾਵੇ ਨਾ ਵੀ ਜਿਹੜੇ ਇਸ ਤਰ੍ਹਾਂ ਦੇ ਨੌਜਵਾਨ ਹੈਗੇ ਆ ਕਿ ਅਸੀਂ ਉਹਨਾਂ ਨੂੰ ਮੁੜ ਆਮ ਜਿਹੜੀ ਜ਼ਿੰਦਗੀ ਜਿਉਣ ਦੇ ਕਾਬਲ ਬਣਾਉਣਾ ਹੈਗਾ। ਅਸੀਂ ਉਹਨਾਂ ਨਾਲ ਗੱਲਬਾਤ ਕਰੀਏ, ਉਹਨਾਂ ਨੂੰ ਜਿਹੜਾ ਹੈਗਾ ਆਮ ਉਹ ਨੌਜਵਾਨਾਂ ਵਾਂਗੂ ਜ਼ਿੰਦਗੀ ਜੀ ਸਕਣ। ਪਰ ਸਰਕਾਰਾਂ ਦਾ ਕੰਮ ਜਿਹੜਾ ਹੈਗਾ ਵੱਧ ਤੋਂ ਵੱਧ ਉਹਨਾਂ ਨੂੰ ਜਿਹੜਾ ਕਤਲ ਕਰਨਾ ਹੈਗਾ, ਕਿਉਂਕਿ ਇਹਨਾਂ ਨੇ ਉਹਨਾਂ ਲੋਕਾਂ ਨੂੰ ਵਰਤਿਆ ਹੈਗਾ। ਇਸ ਕਰਕੇ ਇਹਦੇ ਤੇ ਤਾਂ ਸਿਰਫ ਇੰਨਾ ਹੀ ਅਸੀਂ ਕਹਿਣਾ ਚਾਹਾਂਗੇ ਕਿ ਉਹਨਾਂ ਨੂੰ ਸਹੀ ਪਿਆਸੇ ਲਿਆਉਣ ਦੀ ਜਿਹੜੀ ਹੈਗੀ ਆ ਸਰਕਾਰ ਨੂੰ ਕੋਈ ਨੀਤੀ ਬਣਾਉਣੀ ਚਾਹੀਦੀ ਆ, ਨਾ ਕਿ ਮਤਲਬ ਇਸ ਤਰ੍ਹਾਂ ਕਿਸੇ ਨੂੰ ਵੀ ਗੈਂਗਸਟਰ ਕਹਿ ਕੇ ਉਹਦੀ ਜਿਹੜੀ ਜਾਨ ਹੈਗੀ ਆ ਉਹ ਲੈਣੀ ਚਾਹੀਦੀ ਹੈਗੀ। ਸਿਆਸੀ ਪਾਰਟੀਆਂ ਦੀ ਅਸੀਂ ਗੱਲ ਕਰੀਏ ਅਸਲ ਮੁੱਦੇ ਕੁਝ ਹੋਰ ਆਉਂਦੀਆਂ ਕਿ 300 ਯੂਨਿਟ ਇੱਕ ਪਾਰਟੀ ਕਹਿ ਜਾਂਦੀ ਬਿਜਲੀ ਮਾਫ ਕਰ ਦੇਂਗੇ, ਕਹਿੰਦੇ 400 ਕਰ ਦਿਆਂਗੇ। ਸਿੱਧੂ ਸਾਹਿਬ ਕਹਿੰਦੇ ਵੀ ਸਾਡੀ ਸਰਕਾਰ ਆ ਗਈ ਅਸੀਂ 3 ਰੁਪਏ ਕਰ ਦਿਆਂਗੇ। ਉਹਨਾਂ ਦੀ ਸਰਕਾਰ ਹੈਗੀ ਹੈ ਪਰ ਉਹ ਕਹਿੰਦੇ ਜਦੋਂ ਆ ਗਈ ਅਸੀਂ ਫਿਰ 3 ਰੁਪਏ ਕਰ ਦਿਆਂਗੇ। ਲੋਕਾਂ ਦੇ ਅਸਲ ਮੁੱਦੇ ਕੁਝ ਹੋਰ ਹੈ, ਇਹ ਕਿਸੇ ਹੋਰ ਪਾਸੇ ਉਲਝਾ ਕੇ ਕੀ ਜਿਹੜਾ ਲੋਕਾਂ ਦੇ ਜਿਹੜੇ ਅਸਲ ਮੁੱਦੇ ਉਹਨਾਂ ਨੂੰ ਪਾਸੇ ਰੱਖਣਾ ਚਾਹੁੰਦੇ ਆ? ਨਹੀਂ, ਲੋਕ ਬਿਲਕੁਲ ਅਸਲ ਉਲਝਾਉਣਾ ਚਾਹੁੰਦੇ ਮੁੱਦਿਆਂ ਨੂੰ। ਲੋਕਾਂ ਦਾ ਅਸਲ ਮੁੱਦਾ ਹੈਗਾ ਰੁਜ਼ਗਾਰ। ਲੋਕਾਂ ਦੀ ਜ਼ਿੰਦਗੀ 'ਚ ਉਹਨਾਂ ਦੀ ਇੰਨੀ ਇਨਕਮ ਹੋਣੀ ਚਾਹੀਦੀ ਆ ਕਿ ਉਹ 20 ਕਿਲੋ ਆਟਾ ਦਾਲ ਤੇ ਜਿਹੜੇ ਉਹਨੂੰ ਮੁਥਾਜ ਨਹੀਂ ਹੋਣੇ ਚਾਹੀਦੇ, ਉਹ 200-300 ਯੂਨਿਟ ਤੇ ਜਿਹੜੇ ਮੁਥਾਜ ਨਹੀਂ ਹੋਣੇ ਚਾਹੀਦੇਗੇ। ਜੇ ਲੋਕਾਂ ਕੋਲ ਚੰਗੀ ਇਨਕਮ ਹੋਊਗੀ ਉਹ ਬਿਜਲੀ ਦਾ ਬਿੱਲ ਵੀ ਭਰ ਲੈਣਗੇ, ਉਹ ਆਟਾ ਦਾਲ ਵੀ ਖਰੀਦ ਲੈਣਗੇ। ਚਾਹੀਦਾ ਤਾਂ ਇਹ ਆ ਕਿ ਤੁਸੀਂ ਲੋਕਾਂ ਨੂੰ ਰੁਜ਼ਗਾਰ ਦਿਓ। ਔਰ ਜਿਹੜੀ ਇਹ ਬਿਜਲੀ ਇੰਨੀ ਮਹਿੰਗੀ ਆ, ਜਿਹੜੀ ਤੁਸੀਂ ਸਭ ਕੁਝ ਕਾਰਪੋਰੇਟ ਦੇ ਹੱਥ ਦੇਤਾ, ਇਹ ਬਿਜਲੀ ਨੂੰ ਸਰਕਾਰ ਆਪਣੇ ਕੰਟਰੋਲ 'ਚ ਲਵੇ ਔਰ ਬਿਜਲੀ ਜਿਹੜੀ ਹੈਗੀ ਆ ਉਹ ਸਸਤੀ ਕਰੇ। ਇਸ ਤਰ੍ਹਾਂ ਦੇ 200-300 ਰੁਪਏ ਵਾਲੀ 200-300 ਯੂਨਿਟ ਵਾਲੀ ਗੱਲ ਦੇ ਕੇ ਲੋਕਾਂ ਨੂੰ ਭਿਖਾਰੀਆਂ ਦੀ ਤਰ੍ਹਾਂ ਟਰੀਟ ਜਿਹੜਾ ਉਹ ਕਰਨਾ ਬੰਦ ਕਰੇ। ਕਿਸਾਨੀ ਅੰਦੋਲਨ ਤੇ ਵਾਪਸ ਆਉਣੇ ਆ ਕਿਵੇਂ ਮੂਵਮੈਂਟ ਕਿਸ ਮੋੜ ਤੇ ਹੈ? ਕੀ ਲੱਗਦਾ ਕਿ ਕਿੰਨੇ ਸਮੇਂ ਦੇ ਵਿੱਚ ਆ ਜਿਹੜਾ ਉਹ ਕੇਂਦਰ ਸਰਕਾਰ ਆ ਜਿਹੜੀ ਉਹ ਕਿਸਾਨਾਂ ਅੱਗੇ ਝੁੱਗੀ ਤੇ ਬਿੱਲ ਵਾਪਸ ਲਓ? ਦੇਖੋ, ਇਹ ਮੂਵਮੈਂਟ ਕਾਨੂੰਨ ਵਾਪਸ ਵੀ ਹੋ ਜਾਣਗੇ ਤਾਂ ਇਸ ਤੋਂ ਬਾਅਦ ਵੀ ਮੂਵਮੈਂਟਾਂ ਚੱਲਣੀਆਂ ਨੇ, ਕਿਉਂਕਿ ਇਹ ਮੂਵਮੈਂਟ ਕਾਰਪੋਰੇਟ ਦੇ ਖਿਲਾਫ ਜਾਂ ਜਿਹਨੂੰ ਆਪਾਂ ਕਹੀਏ ਪੂੰਜੀਵਾਦ ਦੇ ਖਿਲਾਫ ਜਿਹੜੀ ਆ ਸਿੱਧਤ ਹੋ ਰਹੀ ਹੈ। ਅੱਜ ਕਾਰਪੋਰੇਟ ਨੇ ਸਾਡੀਆਂ ਸਿਹਤ ਸਹੂਲਤਾਂ ਤੇ ਕਬਜ਼ਾ ਕਰ ਲਿਆ। ਕੁਝ ਸਾਲ ਪਹਿਲਾਂ ਪੰਜਾਬ ਦਾ ਇੱਕ ਬਹੁਤ ਵੱਡਾ ਪ੍ਰਾਈਵੇਟ ਹਸਪੀਟਲ ਆ, ਉੱਥੇ ਕਿਸੇ ਦੀ ਮੌਤ ਹੋਈ ਤਾਂ 2.5 ਲੱਖ ਰੁਪਈਆ ਬਿੱਲ ਬਣ ਗਿਆ। ਡੈੱਡ ਬੋਡੀ ਉਹ ਕਹਿੰਦੇ ਤੁਹਾਨੂੰ ਤਾਂ ਦੇਵਾਂਗੇ ਤੁਸੀਂ 2.5 ਲੱਖ ਰੁਪਈਆ ਜਿਹੜਾ ਸੀਗਾ ਉਹ ਦਿਓ। ਤਾਂ ਉੱਥੇ ਪ੍ਰੋਟੈਸਟ ਕੀਤਾ ਲੋਕਾਂ ਨੇ, ਧਰਨਾ ਮੁਜ਼ਾਹਰਾ ਕੀਤਾ ਵੀ ਤੁਸੀਂ ਲਾਸ਼ ਕਿਵੇਂ ਰੱਖ ਸਕਦੇ ਹੋ, ਬੰਦਾ ਮਰ ਗਿਆ, ਠੀਕ ਆ। ਉਹ ਕਹਿੰਦੇ ਇਕੱਲੀ ਥੋੜ੍ਹਾ, ਸਾਡੇ ਕੋਲ ਤਾਂ 4 ਲਾਸ਼ਾਂ ਪਈਆਂ ਨੇ ਜਿਨ੍ਹਾਂ ਨੇ ਪੈਸੇ ਨਹੀਂ ਦਿੱਤੇ ਗਏ। ਇਹ ਮਤਲਬ ਕਿ ਜਿਹੜੀ ਡਾਕਟਰ ਨੂੰ ਦੂਜਾ ਰੱਬ ਦਾ ਰੂਪ ਮੰਨਿਆ ਜਾਂਦਾ ਸੀਗਾ, ਪਰ ਕਾਰਪੋਰੇਟ ਨੇ ਜਿਹੜਾ ਮੁਨਾਫਾ ਆਧਾਰਿਤ ਬਣਾਤਾ। ਫਿਰ ਸਿੱਖਿਆ ਕਿਹਾ ਗਿਆ ਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਕਿ ਜੇ ਵਿਦਿਆ ਤੇ ਵਿਚਾਰ ਕਰੋਗੇ ਤਾਂ ਪਰਉਪਕਾਰ ਕਰੂਗੀ ਤੁਹਾਡੇ ਤੇ, ਠੀਕ ਆ। ਪਰ ਇਹਨਾਂ ਨੇ ਤਾਂ ਵਿਦਿਆ ਨੂੰ ਵਪਾਰ ਬਣਾ ਕੇ ਰੱਖਤਾ। ਜਿਸ ਤਰ੍ਹਾਂ ਅੱਜ ਇਹ ਹੈਗਾ ਕਿ 3 ਤਰ੍ਹਾਂ ਦੀ ਐਜੂਕੇਸ਼ਨ ਆ, ਜਿਹੜੇ ਆਮ ਲੋਕ ਨੇ ਉਹਨਾਂ ਵਾਸਤੇ ਥੱਪੜ ਮਾਰਕਾ ਸਕੂਲ ਆ, ਜਿਨ੍ਹਾਂ ਕੋਲੇ 4 ਪੈਸੇ ਹੈਗੇ ਉਹਨਾਂ ਕੋਲੇ ਪਿੰਡਾਂ ਦੇ ਸੋ ਕਾਲਡ ਜਿਹੜੇ ਆ ਮਾਡਰਨ ਜਿਹੜੇ ਪਬਲਿਕ ਸਕੂਲ ਆ, ਤੇ ਜਿਨ੍ਹਾਂ ਕੋਲੇ ਵੱਧ ਪੈਸੇ ਆ ਉਹਨਾਂ ਦੇ ਸਕੂਲ ਹੀ ਹੋਰ ਨੇ। ਕੋਈ ਦੂਨ ਸਕੂਲ ਆ, PPS ਵਰਗੇ ਉਹ ਸਕੂਲ ਆ ਜਿੱਥੇ ਤਾਂ ਦੱਸਿਆ ਵੀ ਇਹ ਜਾਂਦਾ ਕਿ ਹੱਥ ਕਿਵੇਂ ਮਿਲਾਉਣਾ, ਠੀਕ ਹੈ, ਜਿੱਥੇ ਬਿਲਕੁਲ ਜਿੱਥੇ ਰਾਜਨੇਤਾ ਪੈਦਾ ਹੁੰਦੇ ਆ, ਆਫੀਸਰ ਪੈਦਾ ਹੁੰਦੇ ਆ। ਮਤਲਬ ਇਹ ਜ਼ਿੰਦਗੀ ਦੇ ਹਰ ਖੇਤਰ ਦੇ ਵਿੱਚ ਇਕੱਲਾ ਖੇਤੀ ਕਾਨੂੰਨ ਰੱਦ ਕਰਾਉਣੇ ਨਹੀਂ, ਸਾਡੀ ਸਿਹਤ, ਸਾਡੀ ਸਿੱਖਿਆ, ਸਾਡਾ ਰੁਜ਼ਗਾਰ, ਇਹਨਾਂ ਸਾਰੇ ਮਾਮਲਿਆਂ ਤੇ ਕਿਉਂਕਿ ਲੋਕਾਂ 'ਚੋਂ ਨਵੀਨ ਚੇਤਨਾ ਆ ਚੁੱਕੀ ਆ, ਅੰਦੋਲਨ ਜਿਹੜੇ ਆ ਉਹ ਹੋਣਗੇ। ਔਰ ਇਹ ਅੰਦੋਲਨ ਜਿੰਨਾ ਲੰਬਾ ਚੱਲੂਗਾ ਓਨਾ ਹੀ ਚੰਗਾ ਹੋਊਗਾ, ਲੋਕ ਓਨੇ ਹੀ ਸਮਝਣਗੇ, ਲੋਕਾਂ ਦੀ ਚੇਤਨਾ ਓਨਾ ਹੀ ਵਧੂਗੀ। ਤੁਸੀਂ ਇਹ ਦੇਖੋ ਕਿ ਇਸ ਅੰਦੋਲਨ ਦੇ ਵਿੱਚ ਕਿੰਨੇ ਫੇਸਬੁੱਕੀ ਹੀਰੋ ਸੀਗੇ ਉਹ ਜਿਹੜੇ ਆ ਉਹ ਸਮਾਪਤ ਹੋ ਚੁੱਕੇ ਆ। ਇਹ ਅੰਦੋਲਨ ਤਾਂ ਜਿਵੇਂ ਆਪਾਂ ਕਹਿੰਦੇ ਵੀ ਜੇ 10 ਕਿਲੋ ਦੁੱਧ ਦਾ ਖੋਆ ਮਾਰਨਾ ਹੋਵੇ ਤਾਂ ਹੌਲੀ ਹੌਲੀ ਵਿੱਚੋਂ ਜਿਹੜਾ ਪਾਣੀ ਆ ਉਹ ਭਾਫ ਬਣ ਕੇ ਜਿਹੜਾ ਉੱਡਦਾ ਜਾਂਦਾ, ਖੋਆ ਜਿਹੜਾ ਥੋੜ੍ਹਾ ਰਹਿ ਜਾਂਦਾ ਹੈਗਾ। ਤਾਂ ਇਸ ਅੰਦੋਲਨ ਨੇ ਜਦੋਂ ਤੱਕ ਸਿਰੇ ਲੱਗਣਾ, ਇਹਨੇ ਬਹੁਤ ਨਤਾਰੇ ਜਿਹੜੇ ਹੈਗੇ ਆ ਉਹ ਕਰ ਦੇਣੇ ਆ ਵੀ ਇਹਦੇ 'ਚ ਕਿਹੜਾ ਮਤਲਬ ਜਿਹੜਾ ਹੈਗਾ ਆਪਣੇ ਹਿੱਤਾਂ ਵਾਸਤੇ ਲੱਗਾ ਹੋਇਆ ਤੇ ਕਿਹੜਾ ਲੋਕਾਂ ਦੀ ਮੁਕਤੀ ਵਾਸਤੇ ਜਿਹੜਾ ਲੱਗਾ ਹੋਇਆ। ਇਹ ਲੰਬੇ ਅੰਦੋਲਨ ਹੀ ਇਹਨਾਂ ਚੀਜ਼ਾਂ ਦੇ ਨਿਰਣੇ ਜਿਹੜੇ ਹੈਗੇ ਉਹ ਕਰੂਗਾ। ਬਹੁਤ ਬਹੁਤ ਧੰਨਵਾਦ ਜੀ। ਹਾਂ, ਸ਼ੁਕਰੀਆ। ਸਾਡੇ ਨਾਲ ਰਜਿੰਦਰਦੀਪ ਸਿੰਘ ਵਾਲਾ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ, ਜਿਨ੍ਹਾਂ ਨਵਜੋਤ ਸਿੰਘ ਸਿੱਧੂ ਬਾਰੇ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਿਵੇਂ ਪਹਿਲਾਂ ਜਿਸ ਪਾਰਟੀ 'ਚ ਵੀ ਰਹਿੰਦੇ ਆ ਉਸ ਪਾਰਟੀ ਦੇ ਹੀ ਖਿਲਾਫ ਭੁਗਤਦੇ ਆ, ਲੋਕਾਂ ਦੇ ਵਿੱਚ ਇਹ ਪੈਦਾ ਕਰਨ ਲਈ ਕਿ
ਮੈਂ ਆਪਣੀ ਪਾਰਟੀ ਦੇ ਖਿਲਾਫ ਹਾਂ, ਮੈਂ ਤੁਹਾਡੇ ਨਾਲ ਹਾਂ। ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਜਿਹੜਾ ਕਿਸਾਨੀ ਅੰਦੋਲਨ ਹੈ ਉਹ ਬਿਲਕੁਲ ਵਧੀਆ ਰਸਤੇ 'ਤੇ ਚੱਲ ਰਿਹਾ ਤੇ ਇਹ ਅੰਦੋਲਨ ਬਿੱਲ ਵਾਪਸ ਕਰਵਾ ਕੇ ਵੀ ਖਤਮ ਨਹੀਂ ਹੋਵੇਗਾ। ਇਸ ਤਰੀਕੇ ਦੀਆਂ ਲਹਿਰਾਂ ਹੁਣ ਅੱਗੇ ਉੱਠਦੀਆਂ ਹੀ ਰਹਿਣਗੀਆਂ ਕਿਉਂਕਿ ਲੋਕਾਂ ਦੇ ਵਿੱਚ ਚੇਤਨਤਾ ਆ ਚੁੱਕੀ ਹੈ ਤੇ ਲੋਕ ਹੁਣ ਆਪਣੇ ਹੱਕ ਲੈਣ ਲਈ ਜਿਹੜੀਆਂ ਸਰਕਾਰਾਂ ਨੂੰ ਵੀ ਘੇਰਿਆ ਕਰਨਗੇ, ਸਵਾਲ ਵੀ ਕਰਿਆ ਕਰਨਗੇ ਤੇ ਜਿਹੜੀ ਪੂੰਜੀਵਾਦੀ ਸਿਸਟਮ ਚੱਲ ਰਿਹਾ ਉਹ 'ਤੇ ਵੀ ਸਵਾਲ ਖੜੇ ਕਰਿਆ ਕਰਨਗੇ। ਕੈਮਰਾ ਪਰਸਨ ਹਿਮਤਾਜ ਢੱਲਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਆਵਾਜ਼ ਟੀਵੀ।